भुख नू इच्छा फरजंद दी रहमत नजर हो जा दीन दयाल दी जख्मां नू सीलवा बख्शिश करो मैनू एक लाल दी नूरी बाला प्रीतमा बख्शिश करो मैनू एक लाल दी नूरी बाला प्रीतमा पुत्र बगैर सुनने सुनने जापदे महल अटारियां पता नहीं ने पागे मारे केड़े पाप दे तकदीरा हारियां पता नहीं ने पागे मारे केड़े पाप दे तकदीरा हारियां सबरां दे कुट दे यारे हाल दी दसो किंज पी लवा बख्शिश करो मैनू एक लाल दी नूरी बाला प्रीतमा बख्शिश करो मैनू एक लाल दी नूरी बाला प्रीतमा जदों तुहाडा कर दी दीदार पातशाह पैंदी सीने ठंड है दुनिया दे दिलों दे होया शहनशाह मेरी एक मांग है दुनिया दे दिलों दे होया शहनशाह मेरी एक मांग है तक तक सूरत प्यारे लाल दी खुशियां ना झीलवा तक तक सूरत प्यारे लाल दी खुशियां ना झीलवा बख्शिश करो मैनू एक लाल दी नूरी बाला प्रीतमा बख्शिश करो मैनू एक लाल दी नूरी बाला प्रीतमा थोड़े जैसा पुत होवे मेरी गोद च सीबीए दी मंग है एक पुत बाजो जिंद मेरी बादशाह पल पल तंग है थोड़े जैसा पुत होवे मेरी गोद च सीबीए दी मंग है एक पुत बाजो जिंद मेरी बादशाह पल पल तंग है एक पुत बाजो जिंद मेरी बादशाह पल पल तंग है मुश्किल हल करो मेरे सवाल दी तारे दानो सीलमा बख्शिश करो मैनू एक लाल दी नूरी बाला प्रीतमा बख्शिश करो मैनू एक लाल दी नूरी बाला प्रीतमा बख्शिश करो मैनू एक लाल दी नूरी बाला प्रीतमा सतनाम श्री वाहिगुरु साहिब जी एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच सा धरती भई हरियावली जिथे मेरा सतगुर बैठा आए से जंत पए हरियावले जिनी मेरा सतगुर देखिया जाए धन धन पिता धन धन कुल धन धन सो जननी जिनी गुरु जनिया माए धन धन गुरु
ਜਿਨ ਨਾਮ ਅਰਾਧਿਆ ਆਪ ਤਰਿਆ, ਜਿਨੀ ਡਿਠਾ ਤਿਨਾ ਲੈ ਛਡਾਇ। ਹਰ ਸਤਿਗੁਰ ਮੇਲੋ ਦਇਆ ਕਰ, ਜਨ ਨਾਨਕ ਧੋਵੈ ਪਾਇ। ਸਤਿਗੁਰ ਹੋਏ ਦਇਆਲ, ਤਾਂ ਸ਼ਰਧਾ ਪੂਰੀਐ। ਸਤਿਗੁਰ ਹੋਏ ਦਇਆਲ, ਨਾ ਕਬਹੂ ਝੂਰੀਐ। ਸਤਿਗੁਰ ਹੋਏ ਦਇਆਲ, ਤਾਂ ਦੁਖ ਨਾ ਜਾਣੀਐ। ਸਤਿਗੁਰ ਹੋਏ ਦਇਆਲ, ਤਾਂ ਹਰ ਰੰਗ ਮਾਣੀਐ। ਸਤਿਗੁਰ ਹੋਏ ਦਇਆਲ, ਤਾਂ ਜਮ ਕਾ ਡਰ ਕਿਹਾ। ਸਤਿਗੁਰ ਹੋਏ ਦਇਆਲ, ਤਾਂ ਸਦ ਹੀ ਸੁਖ ਦੇਹਾ। ਸਤਿਗੁਰ ਹੋਏ ਦਇਆਲ, ਤਾਂ ਨਵ ਨਿਧ ਪਾਈਐ। ਸਤਿਗੁਰ ਹੋਏ ਦਇਆਲ, ਤਾਂ ਸੱਚ ਸਮਾਈਐ। ਜਬ ਹੀ ਜਾਤ ਤਰਵੈਣੀ ਭਏ, ਪੁੰਨ ਦਾਨ ਦਿਨ ਕਰਤ ਬਿਤੈ। ਤਹੀਂ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਹਿਓ। ਤਹੀਂ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਹਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਕੈ ਬਲਿਹਾਰੇ ਆਪਣੇ, ਸਤਿਗੁਰ ਕੈ ਬਲਿਹਾਰੇ। ਸਤਿਗੁਰ ਕੈ ਬਲਿਹਾਰੇ ਆਪਣੇ, ਸਤਿਗੁਰ ਕੈ ਬਲਿਹਾਰੇ। ਸਤਿਗੁਰ ਕੈ ਆਗੈ ਸੁਖ ਪਾਸ਼ੈ ਸੁਖ ਸਹਿਜਾ। ਆਗੈ ਸੁਖ ਪਾਸ਼ੈ ਸੁਖ ਸਹਿਜਾ। ਘਰ ਆਨੰਦ ਹਮਾਰੇ ਆਪਣੇ, ਸਤਿਗੁਰ ਕੈ ਬਲਿਹਾਰੇ। ਸਤਿਗੁਰ ਕੈ ਬਲਿਹਾਰੇ ਆਪਣੇ, ਸਤਿਗੁਰ ਕੈ ਬਲਿਹਾਰੇ। ਸਤਿਗੁਰ ਕੈ ਜੁਗਹੁ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜੜ ਬੈਠੀ ਅਤੀ ਸਤਿਕਾਰਯੋਗ ਸਾਧ ਸੰਗਤ ਜੀਓ, ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਰਹਿਮਤ ਹੋਈ। ਹਫ਼ਤਾਵਾਰੀ ਦੀਵਾਨ ਦੇ ਵਿੱਚ ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਆਪਣੇ ਰਜੇਵਿਆਂ ਵਿੱਚੋਂ ਕੁਝ ਸਮਾਂ ਕੱਢ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ, ਢਾਡੀ ਵਾਰਾਂ, ਗੁਰ ਇਤਿਹਾਸ, ਸਤਿਕਾਰਯੋਗ ਭੈਣ ਚੰਚਲਦੀਪ ਜੀਤ ਕੌਰ ਜੀ ਦੇ ਸਮੂਹ ਜਥੇ ਵੱਲੋਂ ਬੜੇ ਪ੍ਰੇਮ ਸ਼ਰਧਾ ਵਿੱਚ ਭੇਜ ਕੇ ਸਰਵਣ ਕੀਤਾ ਹੈ। ਆਓ ਗੁਰਮੁਖੋ, ਆਪ ਜੀਆਂ ਨੇ ਤਰਸ ਕੀਤਾ ਹੈ, ਕੁਝ ਸਮਾਂ ਹੋਰ ਗੁਰੂ ਦੇ ਇਤਿਹਾਸ, ਗੁਰੂ ਦੀ ਵਡਿਆਈਆਂ ਕਰਨ ਦਾ ਸਮਾਂ ਆਪ ਜੀ ਨੇ ਬਖਸ਼ਿਸ਼ ਕੀਤਾ। ਜਿਤਨਾ ਸਮਾਂ ਬਖਸ਼ਿਸ਼ ਕੀਤਾ ਉਤਨੇ ਸਮੇਂ ਦੇ ਵਿੱਚ ਮੇਰੇ ਸਤਿਗੁਰਾਂ ਦੀ ਤਾਰੀਫ, ਸਤਿਗੁਰਾਂ ਦੀਆਂ ਵਡਿਆਈਆਂ ਆਪਾਂ ਕਰਨੀਆਂ ਨੇ ਰਲ ਮਿਲ ਕੇ। ਜ਼ਰੂਰ ਇੱਕ ਵਾਰੀ ਮਨ ਬਿਰਤੀਆਂ ਇਕਾਗਰ ਕਰ ਲਈਏ। ਰਸਨਾ ਦੀ ਪਵਿੱਤਰਤਾ ਵਾਸਤੇ, ਮਨ ਦੀ ਇਕਾਗਰਤਾ ਵਾਸਤੇ ਇੱਕ ਵਾਰੀ ਕਰੋ ਕਿਰਪਾ, ਦਿਓ ਅਸੀਸ ਤੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਿਫਤ ਇੱਕ ਨਹੀਂ, ਦੋ ਨਹੀਂ, ਬੇਅੰਤ ਵਿਦਵਾਨਾਂ ਨੇ ਕੀਤੀ। ਇਤਿਹਾਸ ਲਿਖਿਆ ਮੇਰੇ ਸਤਿਗੁਰਾਂ ਦਾ। ਪ੍ਰਿੰਸੀਪਲ ਸਤਬੀਰ ਸਿੰਘ ਜੀ ਨੇ
ਪ੍ਰੋਫੈਸਰ ਪੂਰਨ ਸਿੰਘ ਜੀ ਨੇ, ਪ੍ਰੋਫੈਸਰ ਸਾਹਿਬ ਸਿੰਘ ਜੀ ਹੁਣਾਂ ਨੇ, ਭਾਈ ਵੀਰ ਸਿੰਘ ਜੀ ਹੁਣਾਂ ਨੇ, ਕਵੀ ਸੰਤੋਖ ਸਿੰਘ ਜੀ ਹੁਣਾਂ ਨੇ, ਪ੍ਰਿੰਸੀਪਲ ਗੰਗਾ ਸਿੰਘ ਜੀ ਹੁਣਾਂ ਨੇ, ਬਹੁਤ ਵਿਦਵਾਨਾਂ ਨੇ ਇਤਿਹਾਸ ਲਿਖਿਆ। ਪਰ ਸਾਰਿਆਂ ਨੇ ਇਤਿਹਾਸ ਲਿਖਦਿਆਂ ਹੱਥ ਖੜੇ ਕਰ ਦਿੱਤੇ ਨੇ, ਦਾਤਿਆ ਕਿਹਦੇ ਨਾਲ ਮੈਂ ਦਿਆਂ ਤਰਜੀਹ ਤੈਨੂੰ, ਹਰ ਇੱਕ ਗੱਲ ਪਈ ਜਾਪਦੀ ਓਪਰੀਏ, ਢਾਕੇ ਤੇਗ ਨਹੀਂ ਪਿਤਾ ਦੀ ਪਸਲੀਏ, ਹੱਥ ਵਿੱਚ ਢਾਲ ਨਹੀਂ ਪੁੱਤਰ ਦੀ ਖੋਪੜੀ। ਇੱਕ ਵਿਦਵਾਨ ਲਿਖਦਾ ਹੈ, करतार की सुगंध है, नानक की कसम है, जितनी भी हो धन गुरु गोबिंद सिंह जी की तारीफ कम है। एक जबान दे नाल असी कलगी वाले दी की तारीफ कर सकते, की वडियाई कर सकते, कुछ नहीं कह सकते, बस उहदा जस कर सकते हैं। दातिया आप तू सानू बल बख्श, असी तेरी वडियाई कर सकीए, ते सानू बल बख्शो, असी तेरी वडियाई रोज़ ही सरवण करिए। कल्ला गुरपुरब वाले दिन नहीं, हर रोज़ गुरु का जस घर घर दे विच होना चाहिए, गुरु की वडियाई होनी चाहिए। मेरे सत्कारयोग भैन जी होना ने आप जी नूं धन गुरु गोबिंद सिंह महाराज जी के कुछ बचपन दियां इतिहासक घटनावां सरवण करवाईयां हैं। इतिहास बहुत लंबेरा। गुरु ग्रंथ साहब महाराज जी की बाणी विच 5 प्रकार की सेवा का जिक्र आया। परमात्मा की सेवा, रब की सेवा, दूसरे नंबर ते गुरु की सेवा, तीसरे नंबर ते रंग रतड़े सिखां की सेवा, चौथे नंबर ते समाज की सेवा, पंजवें नंबर ते पंछियां की सेवा, बेज़बानां की सेवा। 5 सेवावां दा जिहड़ी भी बंदा कर सकदा है सेवा करे। ये 5 प्रकार की सेवा, एक प्रकार की सेवा साडे हिस्से विच आदे बंदे दे बेड़े पार। पर अज मैं आप संगतां दे नाल गुरु की सेवा का जिक्र करना। इतिहास आप जी ने 2 साखियां महाराज जी दियां सांझियां करांगा समय दे विच। गुरु की सेवा का प्रकरण तुसीं गुरु ग्रंथ साहब महाराज जी की बाणी विच पढ़ के वेखो। गुरु की सेवा भली, परमात्मा की सेवा भली। नाल नाल मैं कुछ प्रमाण दे देना। धन गुरु ग्रंथ साहब महाराज जी की बाणी कहती, सेवा को दोवें भले। दोनों की सेवा भली है जी, दोनों की सेवा बंदे का पार उतारा कर। सेवा को दोवें भले, एक संत एक राम, राम जो दाता मुक्त को संत जपावै नाम। संत दे अर्थ ने गुरु। गुरु की सेवा भी भली, रब की सेवा भी भली। गुरु की सेवा इस करके भली, गुरु नाम नाल जुड़दा है, ते रब की सेवा इस करके भली कि रब का नाम सानू मुक्त कर दिंदा है। गुरु की सेवा बारे गुरु अमरदास महाराज जी ने अपनी रसना तो बचन कहे ने, सतगुर की सेवा सफल है। सफल दे अर्थ पता की ने? फल देण वाली। गुरु की कीती हुई सेवा निसफल नहीं जाती, फल देंदी। जो दात मंगते गुरु की सेवा करके साडी झोली विच पैंदी। सतगुर की सेवा सफल है, जे को करे चित लाए, मन चिंदे फल पावना। मन चिंदे दा अर्थ पता की? जो असी मन दे विच सोचते हैं भी महाराज आ दात चाहिए तेरी सेवा करन वास्ते पहुंचे, की दात मिलेगी? मन चिंदे फल। जो भी असी भावना मन दे विच फुरने पैदा करके आउने गुरु दर ते, महाराज आ दात दे दिओ, आ दात दे दिओ, आ दात दे दिओ, वो हरेक दात गुरु की सेवा विचों मिल। मन चिंदे फल पावना, हौमे विचों जाए। एक होर श्लोक साझा करन, धन गुरु अमरदास महाराज जी दे बोल। ते वेखो उन्होंने कली ये नहीं भी सुनी सुनाई गल बाणी विच उचारण कर दी। हुण गुरु साहब दे बोल ने, गुर सेवा ते सुख उपजै फिर दुख ना लगे आए। ये गुरु अमरदास महाराज जी दे बोल ने। वो कहते ने गुरु की सेवा विचों सुख मिलता, दुख बंदे दे नेड़े तक नहीं आउंदे। ते पुछिए गुरु अमरदास महाराज जी, तुहाडी जिंदगी का तजर्बा है कि तुसीं सुनी सुनाई गल कर रहे हो?
ਤੇ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ, ਨਹੀਂ ਭਲਿਆ, ਮੇਰੀ ਜ਼ਿੰਦਗੀ ਦਾ ਤਜਰਬਾ ਹੈ। ਮੈਂ 1 ਸਾਲ ਨਹੀਂ, 2 ਸਾਲ ਨਹੀਂ, 12 ਵਰੇ ਸੇਵਾ ਕਰਕੇ ਵੇਖੀ। ਅੱਜ ਜੋ ਮੈਨੂੰ ਸੁੱਖ ਮਿਲਿਆ, ਜੋ ਮਾਣ ਸਨਮਾਨ ਮਿਲਿਆ, ਇੱਕ ਬੰਦਾ ਨਹੀਂ ਜਾਣਦਾ, ਸਾਰਾ ਜਗਤ ਜਾਣ। ਕਿ ਗੋਇੰਦਵਾਲ ਸਾਹਿਬ ਦੇ ਅਸਥਾਨ ਨੂੰ ਸਿੱਖ ਜਾਣਦਾ ਨਹੀਂ? ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਝੁਕਦਾ ਨਹੀਂ? ਉਹ ਕਿਹੜੀ ਤਾਕਤ ਹੈ? ਗੁਰੂ ਅਮਰਦਾਸ ਮਹਾਰਾਜ ਜੀ ਨੂੰ ਪੁੱਛਿਓ, ਕਿਹੜੀ ਤੁਹਾਡੇ ਕੋਲ ਪਾਵਰ ਆ ਗਈ ਜਿਹਦੇ ਕਰਕੇ ਸਾਰਾ ਜਗਤ ਤੁਹਾਨੂੰ ਨਮਸਕਾਰਾਂ ਕਰਦਾ? ਜਿਹਦੇ ਕਰਕੇ ਭੱਟ ਸਾਹਿਬਾਨਾਂ ਨੇ ਬਚਨ ਕਹਿ ਦਿੱਤੇ ਸੀ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਤੁਹਾਨੂੰ ਭੱਟ ਸਾਹਿਬਾਨ ਕਹਿੰਦੇ ਨੇ ਨਾਰਾਇਣ ਆਪ ਆ ਗਏ, ਪਰਮਾਤਮਾ ਆਪ ਆ ਗਿਆ। ਕਿੱਥੇ ਆ ਗਏ ਜੀ? ਗੋਇੰਦਵਾਲ ਸਾਹਿਬ ਦੀ ਧਰਤੀ ਤੇ। ਕੌਣ ਹੈ ਨਾਰਾਇਣ? ਧੰਨ ਗੁਰੂ ਅਮਰਦਾਸ ਮਹਾਰਾਜ। ਮਹਾਰਾਜ ਇੰਨੀਆਂ ਬਖਸ਼ਾਂ ਕਿੱਥੋਂ ਮਿਲੀਆਂ? ਕਹਿਣ ਲੱਗੇ, ਮੇਰੀ ਜ਼ਿੰਦਗੀ ਦਾ ਤਜਰਬਾ ਹੈ। ਮੈਂ ਗੁਰੂ ਦੀ ਸੇਵਾ ਵਿੱਚ ਤਨ ਮਨ ਧਨ ਲਾ ਦਿੱਤਾ, ਤੇ ਜਦੋਂ ਗੁਰੂ ਦੀ ਸੇਵਾ ਕੀਤੀ, ਗੁਰੂ ਇੰਨਾ ਤਰੁੱਠਿਆ, ਗੁਰੂ ਨੇ ਇੰਨੀ ਬਖਸ਼ਿਸ਼ ਕੀਤੀ, ਕੱਲਾ ਧਨ ਨਹੀਂ ਦਿੱਤਾ, ਕੱਲਾ ਖਾਣ ਵਾਸਤੇ ਰੋਟੀ ਨਹੀਂ ਦਿੱਤੀ, ਦੀਨ ਦੁਨੀਆ ਦਾ ਮਾਲਕ ਬਣਾ ਦਿੱਤਾ ਮੈਨੂੰ। ਉਹ ਪਾਤਸ਼ਾਹਾਂ ਦਾ ਪਾਤਸ਼ਾਹ ਬਣਾ ਦਿੱਤਾ। ਇਹ ਕਿੱਥੋਂ ਦਾਤ ਮਿਲੀ ਸੀ? ਗੁਰੂ ਦੀ ਸੇਵਾ। ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੇ ਆਈ। ਹੋਰ ਕੀ ਬਖਸ਼ਿਸ਼ ਹੁੰਦੀ? ਜੰਮਣ ਮਰਨਾ ਮਿਟ ਗਿਆ, ਕਾਲੇ ਕਾ ਕਿਛ ਨਾ ਬਸਾਹੇ। ਇਹ ਸਾਰਾ ਕੁਝ ਗੁਰੂ ਦੀ ਸੇਵਾ ਵਿੱਚੋਂ ਮਿਲਦਾ। ਇੱਕ ਸ਼ਲੋਕ ਹੋਰ ਸਾਂਝਾ ਕਰ ਲਈਏ। ਧੰਨ ਗੁਰੂ ਅਮਰਦਾਸ ਮਹਾਰਾਜ, ਕਿਉਂਕਿ ਅੱਜ ਅਸੀਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਗਮਨ ਪੁਰਬ ਮਨਾਉਣ ਵਾਸਤੇ ਹਾਂ। ਹਾਲਾਂਕਿ ਬੁੱਧਵਾਰ ਵੀ ਤੁਸੀਂ ਬਹੁਤ ਵੱਡੀ ਤਾਦਾਦ ਵਿੱਚ ਪਹੁੰਚੇ ਸੀ, ਅੱਜ ਵੀ ਆਏ, ਸਤਿਗੁਰਾਂ ਦੀਆਂ ਵਡਿਆਈਆਂ ਸਰਵਣ ਕਰ ਰਹੇ ਹੋ। ਤੇ ਗੁਰੂ ਦੀ ਸੇਵਾ ਵਿੱਚੋਂ ਕੀ ਮਿਲਦਾ? ਹਾਲਾਂਕਿ ਤੁਸੀਂ ਬਹੁਤ ਸੇਵਾ ਕਰ ਰਹੇ ਹੋ। ਇਸ ਅਸਥਾਨ ਤੇ ਕਿਸੇ ਚੀਜ਼ ਦੀ ਘਾਟ ਨਹੀਂ। ਲੰਗਰਾਂ ਵਾਸਤੇ ਰਾਸ਼ਨ ਪਾਣੀ ਬੇਅੰਤ ਤੁਸੀਂ ਗੁਰੂ ਘਰ ਵਿੱਚ ਦਿੰਦੇ ਹੋ। ਜੇ ਨਹੀਂ ਆਇਆ ਜਾਂਦਾ ਤੇ ਆਨਲਾਈਨ ਗੁਰੂ ਘਰ ਦੇ ਵਾਸਤੇ ਤੁਸੀਂ ਮਾਇਆ ਭੇਟ ਕਰ ਰਹੇ ਹੋ। ਇਹ ਸੇਵਾ ਹੀ ਹੈ ਨਾ ਗੁਰੂ ਦੀ। 3 ਢੰਗ ਦੇ ਨਾਲ ਸੇਵਾ ਹੁੰਦੀ ਗੁਰੂ ਦੀ। ਖੈਰ, ਮੈਂ ਪਹਿਲਾਂ ਉਹ ਪ੍ਰਮਾਣ ਸਾਂਝਾ ਕਰ ਲਵਾਂ ਗੁਰੂ ਅਮਰਦਾਸ ਮਹਾਰਾਜ ਜੀ। ਇਹ ਗੁਰਬਾਣੀ ਦੇ ਬੋਲ ਨੇ। ਗੁਰੂ ਦੀ ਸੇਵਾ ਵਿੱਚੋਂ ਕੀ ਮਿਲਦਾ? ਮਹਾਰਾਜ ਜੀ ਕਹਿਣ ਲੱਗੇ, ਸਿੱਖਾ, ਤੂੰ ਤੇ ਆਣ ਕੇ ਪੁੱਤਰ ਮੰਗ ਲਏਗਾ, ਤੂੰ ਤੇ ਆਣ ਕੇ ਧਨ ਦੌਲਤ ਮੰਗ ਲਏਗਾ, ਤੂੰ ਤੇ ਆਣ ਕੇ ਘਰ ਮੰਗ ਲਏਗਾ, ਥੋੜੀਆਂ ਥੋੜੀਆਂ ਚੀਜ਼ਾਂ ਮੰਗੇਗਾ। ਕਹਿਣ ਲੱਗੇ, ਗੁਰੂ ਦੀ ਸੇਵਾ ਕਰੀ ਜਾ, ਮੰਗੀ ਨਾ। ਜਦੋਂ ਗੁਰੂ ਤਰੁੱਠ ਪਿਆ ਨਾ, ਕਹਿਣ ਲੱਗੇ, ਤੈਨੂੰ ਦੀਨ ਦੁਨੀਆ ਦਾ ਬਾਦਸ਼ਾਹ ਬਣਾ ਦੇਗਾ। ਗੁਰੂ ਦੀ ਸੇਵਾ ਵਿੱਚੋਂ ਇੰਨੀਆਂ ਦਾਤਾਂ ਮਿਲਦੀਆਂ। ਉਹ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬੋਲ ਨੇ, ਹਸਤੀ ਸਿਰ ਜਿਉ ਅੰਕੁਸ਼ ਹੈ, ਅਹਰਣ ਜਿਉ ਸਿਰ ਦੇ, ਮਨ ਤਨੇ ਆਗੇ ਰਾਹ ਕੈ, ਉਹ ਵੀ ਸੇਵ ਕਰੇ। ਤੇ ਮਿਲੇਗਾ ਕੀ? ਅਗਲੀ ਪੰਕਤੀ ਵੀ ਜਵਾਬ, ਇਉਂ ਗੁਰਮੁਖ ਆਪ ਨਿਵਾਰੀਏ, ਸਭ ਰਾਜ ਸ੍ਰਿਸ਼ਟ ਕਰ ਲੈਣ। ਇਹ ਦਾਤਾਂ ਕਿੱਥੋਂ ਮਿਲਦੀਆਂ ਨੇ? ਗੁਰੂ ਦੀ ਸੇਵਾ ਕਰਨ ਦੇ ਨਾਲ, ਗੁਰੂ ਦੇ ਚਰਨਾਂ ਵਿੱਚ ਝੁਕਣ ਦੇ ਨਾਲ। 3 ਢੰਗ ਦੇ ਨਾਲ ਗੁਰੂ ਦੀ ਸੇਵਾ ਕੀਤੀ ਜਾ ਸਕਦੀ। 3 ਢੰਗ ਦੇ, ਤਨ ਕਰਕੇ, ਮਨ ਕਰਕੇ ਤੇ ਧਨ ਕਰਕੇ। ਜੇ ਪ੍ਰਮਾਤਮਾ ਨੇ ਤੁਹਾਨੂੰ ਧਨ ਦੌਲਤ ਦੀ ਬਖਸ਼ਿਸ਼ ਕੀਤੀ, ਅਮੀਰੀ ਬਖਸ਼ਿਸ਼ ਕੀਤੀ, ਮਾਇਆ ਕੋਲ ਹੈ, ਤੇ ਅਸੀਂ ਮਾਇਆ ਭੇਟ ਕਰਕੇ ਗੁਰੂ ਦੀ ਪ੍ਰਸੰਨਤਾ ਲੈ ਸਕਦੇ, ਗੁਰੂ ਦੀ ਸੇਵਾ ਕਰ ਸਕਦੇ। ਟੋਡਰ ਮੱਲ ਵਰਗਿਆਂ ਨੇ ਤਨ ਦੇ ਨਾਲ ਸੇਵਾ ਨਹੀਂ ਸੀ ਕੀਤੀ, ਧਨ ਦੇ ਨਾਲ ਸੇਵਾ। ਧਨ ਵਾਰ ਕੇ ਮਹਾਰਾਜ ਜੀ ਦੇ ਪੁੱਤਰਾਂ ਦੀ ਗੁਰੂ ਦੀ ਸੇਵਾ ਕੀਤੀ। ਗੁਰਮੁਖੋ, ਇੰਨੀ ਸੇਵਾ ਕਰਨ ਵਾਲੇ ਨੂੰ ਮਾਣ ਮਿਲਿਆ। ਅੱਜ ਤੁਸੀਂ ਫਤਿਹਗੜ੍ਹ ਸਾਹਿਬ ਜਾਂਦੇ ਹੋ, ਜਿੱਥੇ ਕਲਗੀ ਵਾਲਿਆਂ ਦੇ ਪੁੱਤਰਾਂ ਨੂੰ ਨਮਸਕਾਰਾਂ ਕਰਦੇ, ਉੱਥੇ ਟੋਡਰ ਮੱਲ ਨੂੰ ਵੀ ਅਸੀਂ ਮੱਥਾ ਟੇਕਦੇ। ਧਨ ਕਰਕੇ, ਸੇਵਾ ਕਰਕੇ ਆਪਣੀਆਂ ਕੁਲਾਂ ਦਾ ਪਾਰ ਉਤਾਰਾ ਕਰ ਗਏ। ਦੂਸਰੀ ਸੇਵਾ ਹੈ ਮਨ ਕਰਕੇ। ਜੇ ਸਾਡੇ ਕੋਲ ਧਨ ਨਹੀਂ, ਅਸੀਂ ਨਹੀਂ ਦੇ ਸਕਦੇ ਧਨ ਦੌਲਤ, ਮਨ ਕਰਕੇ ਸੇਵਾ ਕਰੀਏ। ਮਨ ਕਰਕੇ ਸੇਵਾ ਕਿਹੜੀ? ਗੁਰੂ ਦੇ ਘਰ ਦੇ ਵਿੱਚ ਆਣ ਕੇ ਗੁਰੂ ਦੇ ਬਚਨਾਂ ਨੂੰ ਸੁਣਨਾ ਤੇ ਮੰਨਣਾ। ਗੁਰੂ ਦੀ ਬਚਨਾਂ ਨੂੰ ਮੰਨ ਕੇ ਤੁਰ ਪੈਣਾ, ਕਮਾਈ ਕਰ ਲੈਣ। ਇਹ ਮਨ ਕਰਕੇ ਸੇਵਾ। ਤੀਸਰੀ ਸੇਵਾ ਹੈ ਤਨ ਕਰਕੇ। ਜੇ ਧਨ ਦੌਲਤ ਸਾਡੇ ਕੋਲ ਨਹੀਂ, ਅਸੀਂ ਆਪਣੇ ਗੁਜ਼ਾਰਾ ਕਰ ਰਹੇ ਹਾਂ, ਫਿਰ ਕਿਵੇਂ ਸੇਵਾ ਕਰੀਏ? ਤਨ ਕਰਕੇ। ਤਨ ਤੋਂ ਭਾਵ ਪਤਾ ਕੀ? ਬੰਦਿਆ, ਗੁਰੂ ਘਰ ਵਿੱਚ ਆਇਆ, ਝੂਠੇ ਸੰਗਤਾਂ ਦੇ ਭਾਂਡੇ ਸਾਫ਼ ਕਰ ਲਓ, ਗੁਰੂ ਘਰ ਦੇ ਵਿੱਚ ਝਾੜੂ ਮਾਰਨ ਦੀ ਸੇਵਾ ਕਰ ਲਈਏ, ਗੁਰੂ ਘਰ ਦੇ ਵਿੱਚ ਸੰਗਤਾਂ ਆਉਂਦੀਆਂ ਨੇ, ਉਹਨਾਂ ਦੇ ਜੋੜੇ ਝਾੜਨ ਦੀ ਸੇਵਾ ਕਰ ਲਈਏ।
ਇਹਨੂੰ ਕਹਿੰਦੇ ਨੇ ਤਨ ਕਰਕੇ ਸੇਵਾ। ਜਿਹੜੀ ਵੀ ਸੇਵਾ ਕਰੇਗਾ ਉਸੇ ਸੇਵਾ ਤੇ ਰੀਝ ਕੇ ਹੀ ਮੇਰੇ ਸਤਿਗੁਰੂ ਤੇਰੇ ਤੇ ਬਖਸ਼ਿਸ਼ਾਂ ਕਰਨਗੇ, ਰਹਿਮਤਾਂ ਕਰਨਗੇ। ਮੇਰੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਸਨ 1666 ਤੇ ਹੁਣ ਜਿਹੜੀਆਂ ਤਰੀਕਾਂ ਨਾਲ ਆਪਾਂ ਗੁਰਪੁਰਬ ਮਨਾ ਰਹੇ ਹਾਂ 20 ਜਨਵਰੀ ਨੂੰ ਮਨਾਇਆ। 20 ਜਨਵਰੀ ਸਨ 1666 ਪਟਨਾ ਸਾਹਿਬ ਦੀ ਧਰਤੀ, ਇਹ ਧਰਤੀ ਨੂੰ ਪਹਿਲਾ ਭਾਗ ਲਾਏ ਸੀ ਮੇਰੇ ਧੰਨ ਗੁਰੂ ਨਾਨਕ ਦੇਵ। ਸਾਲ ਸਰਾਏ ਜੌਹਰੀ ਦਾ ਘਰ ਸੀ, ਜਿੱਥੇ ਸਾਲ ਸਰਾਏ ਜੌਹਰੀ ਦੇ ਘਰ ਦੇ ਵਿੱਚ ਮਹਾਰਾਜ ਜੀ ਨੇ ਚਰਨ ਪਾਏ। ਉਸ ਜੌਹਰੀ ਨੇ ਰੱਜ ਕੇ ਸੇਵਾ ਕੀਤੀ। 2-3 ਦਿਨ ਮਹਾਰਾਜ ਜੀ ਘਰ ਵਿੱਚ ਰੁਕੇ। ਜਦੋਂ ਤੁਰਨ ਲੱਗੇ ਨਾ, ਹੱਥ ਜੋੜ ਕੇ ਖਲੋ ਗਿਆ, ਸਤਿਗੁਰੂ ਕਿ ਮੇਰੇ ਘਰ ਵਿੱਚ ਹੋਰ ਕੁਝ ਦਿਨ ਰੁਕੋਗੇ? ਤੇ ਮੇਰੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹਨੇ ਬਚਨ ਕਹੇ ਸੀ, ਸਾਲ ਸਰਾਏ ਹੁਣ ਨਹੀਂ, ਸਮਾਂ ਆਏਗਾ 2 ਦਿਨ ਨਹੀਂ, 3 ਦਿਨ ਨਹੀਂ, ਕਈ ਸਾਲ ਤੇਰੇ ਘਰ ਵਿੱਚ ਖੇਡ ਕੇ ਜਾਵਾਂਗੇ ਅਸੀਂ। ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਲ ਸਰਾਏ ਜੌਹਰੀ ਨੂੰ ਬਚਨ ਕਹਿਣ ਲੱਗੇ ਸਮਾਂ ਕਦੋਂ ਆਏਗਾ? ਮਹਾਰਾਜ ਕਹਿਣ ਲੱਗੇ 10ਵੇਂ ਜੰਮ। ਕਹਿਣ ਲੱਗੇ ਮੈਂ ਤੇ ਹੋਣਾ ਨਹੀਂ ਉਦੋਂ। ਮਹਾਰਾਜ ਕਹਿਣ ਲੱਗੇ ਤੇਰੀ ਅੰਸ਼ ਬੰਸ ਇਸੇ ਘਰ ਦੇ ਵਿੱਚ ਵਸਦੀ ਹੋਏਗੀ। ਅੱਜ ਉਹ ਸਮਾਂ ਆਇਆ। ਸਨ 1666 20 ਜਨਵਰੀ ਮੇਰੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਘਰ ਮਾਤ ਗੁਜਰੀ ਜੀ ਦੀ ਕੁੱਖ ਦੇ ਵਿੱਚੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਗਮਨ ਹੋਇਆ। ਇਹ ਉਹੀ ਸਾਲਸ ਰਾਏ ਦੀ ਹਵੇਲੀ ਹੈ ਜਿਹਨੂੰ ਅੱਜ ਅਸੀਂ ਪਟਨਾ ਸਾਹਿਬ ਕਹਿੰਦੇ, ਹਰਮੰਦਰ ਜੀ ਕਹਿੰਦੇ, ਜਿੱਥੇ ਅੱਜ ਗੁਰਦੁਆਰਾ ਸਾਹਿਬ ਤੁਸੀਂ ਜਾ ਕੇ ਮੱਥਾ ਟੇਕ। ਇਹ ਸਾਲਸ ਰਾਏ ਜੌਹਰੀ ਦਾ ਘਰ ਸੀ, ਜਿੱਥੇ ਗੁਰੂ ਦੇ ਚਰਨ ਪੈ ਗਏ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨ ਪਏ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਚਰਨ ਪਏ ਤੇ ਕਲਗੀ ਵਾਲੇ ਦਾ ਪ੍ਰਕਾਸ਼ ਹੋਇਆ। ਇੰਨੀ ਮਹਾਨ ਪਵਿੱਤਰ ਅਸਥਾਨ ਅੱਜ ਉਹ ਸਾਡਾ ਤਖਤ ਹੈ, ਜਿੱਥੇ ਅਸੀਂ ਜਾ ਕੇ ਨਮਸਕਾਰਾਂ ਕਰਦੇ ਹਾਂ। ਜ਼ਿੰਦਗੀ ਦੇ 5-6 ਸਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਥੇ ਬਤੀਤ ਕੀਤੇ। ਤੇ ਪਿਛਲੇ ਬੁੱਧਵਾਰ ਵਾਲੇ ਦਿਨ ਦੀਵਾਨ ਸਜਿਆ ਸੀ, ਉੱਥੋਂ ਦੀਆਂ ਘਟਨਾਵਾਂ ਦਾ ਮੈਂ ਜ਼ਿਕਰ ਕੀਤਾ ਸੀ। ਅੱਜ ਥੋੜਾ ਜਿਹਾ ਹੋਰ ਚੱਲੀਏ। ਪਟਨਾ ਸਾਹਿਬ ਦੀ ਧਰਤੀ ਨੂੰ 6 ਸਾਲ ਦੀ ਉਮਰ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਛੱਡਿਆ ਤੇ ਪਹਿਲਾ ਪੜਾਅ ਕੀਤਾ ਸੀ ਦਾਨਾਪੁਰ। ਇੱਥੇ ਕਿਉਂ ਰੁਕੇ ਨੇ? ਇੱਥੇ ਬਜ਼ੁਰਗ ਮਾਈ ਮਹਾਰਾਜ ਜੀ ਨੂੰ ਰੋਜ਼ ਚੇਤੇ ਕਰਦੀ ਸੀ, ਦਾਤਿਆ ਮੇਰੇ ਕੋਲ ਧਨ ਦੌਲਤ ਨਹੀਂ, ਮੇਰੇ ਕੋਲ ਅਮੀਰੀ ਨਹੀਂ, ਤੇਰੇ ਚਰਨਾਂ ਦੇ ਵਿੱਚ ਤੇ ਰਾਜੇ ਝੁਕਦੇ ਨੇ, ਰਾਣੀਆਂ ਝੁਕਦੀਆਂ ਨੇ, ਧਨਾੜ ਆਣ ਕੇ ਮੱਥਾ ਟੇਕਦੇ ਨੇ, ਕਿਤੇ ਮੇਰੇ ਘਰ ਦੇ ਵਿੱਚ ਚਰਨ ਪਾਓਗੇ? ਕਿਤੇ ਮੈਂ ਵੀ ਤੁਹਾਡੀ ਸੇਵਾ ਕਰ ਸਕਾਂਗੀ, ਦਰਸ਼ਨ ਕਰ ਸਕਾਂਗੀ। ਅੱਜ ਮਹਾਰਾਜ ਜੀ ਜਦੋਂ ਪਟਨਾ ਸਾਹਿਬ ਦੀ ਧਰਤੀ ਤੋਂ ਪੂਰਾ ਪਰਿਵਾਰ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਆਨੰਦਪੁਰ ਸਾਹਿਬ ਵੱਲ ਰਵਾਨਾ ਹੋਏ ਨੇ। ਪਹਿਲਾ ਪੜਾਅ ਕੀਤਾ ਸੀ ਦਾਨਾਪੁਰ। ਉਸ ਬਜ਼ੁਰਗ ਮਾਈ ਦੇ ਘਰ ਦੇ ਵਿੱਚ ਜਾ ਕੇ ਚਰਨ ਪਾਏ ਤੇ ਮਹਾਰਾਜ ਜੀ ਨੇ ਇਹ ਬਚਨ ਕਹਿ ਦਿੱਤੇ ਸੀ, ਮਾਂ ਰੋਜ਼ ਯਾਦ ਕਰਦੀ ਸਾਂ ਅਸੀਂ ਆ ਗਏ ਹਾਂ। ਜਿਸ ਵੇਲੇ ਸਤਿਗੁਰਾਂ ਦੇ ਬੋਲ ਸੁਣੇ, ਬਜ਼ੁਰਗ ਮਾਈ ਮਹਾਰਾਜ ਜੀ ਦੇ ਚਰਨਾਂ ਵਿੱਚ ਝੁਕੀ, ਬਹਿ ਗਈ ਘਰ ਦੇ ਵਿੱਚ ਤੇ ਸਤਿਗੁਰਾਂ ਨੇ ਇਹ ਕਿਹਾ ਸੀ, ਕਹਿਣ ਲੱਗੇ ਮਾਂ ਕੁਝ ਖਵਾਏਗੀ ਨਹੀਂ? ਤੇ ਮਾਂ ਦੀਆਂ ਅੱਖਾਂ ਭਰ ਆਈਆਂ। ਪੁੱਛਿਆ ਕਿਉਂ? ਕਹਿਣ ਲੱਗੇ ਘਰ ਵਿੱਚ ਹੈ ਹੀ ਕੁਝ ਨਹੀਂ। ਮਹਾਰਾਜ ਕਹਿਣ ਲੱਗੇ ਜੋ ਵੀ ਹੈ ਝਾੜ ਕੇ ਬਣਾ। ਉਸ ਬਜ਼ੁਰਗ ਮਾਈ ਨੇ ਖਿਚੜੀ ਬਣਾਈ ਸੀ ਤੇ ਜਿਸ ਵੇਲੇ ਖਿਚੜੀ ਬਣਾਈ ਫਿਰ ਬਹਿ ਗਏ। ਹੁਣ ਕਿਹਨੂੰ ਕਿਹਨੂੰ ਵੰਡੀਏ? ਸਤਿਗੁਰਾਂ ਦਾ ਪਰਿਵਾਰ, ਮਹਾਰਾਜ ਆਪ ਨਾਲ, ਸਿੱਖ ਸੰਗਤਾਂ ਨਾਲ। ਸਤਿਗੁਰੂ ਕਹਿਣ ਲੱਗੇ ਮਾਂ ਇਸ ਹਾਂਡੀ ਨੂੰ ਸਾਡੇ ਹੱਥ ਵਿੱਚ ਫੜਾ, ਅਸੀਂ ਵੰਡਾਂਗੇ, ਤੇਰੀ ਬਣਾਈ ਹੋਈ ਖਿਚੜੀ ਦੇ ਵਿੱਚ ਕਦੀ ਘਾਟ ਨਹੀਂ ਆਏਗੀ। ਸਤਿਗੁਰਾਂ ਨੇ ਆਪ ਖਿਚੜੀ ਵਰਤਾਈ, ਛਕੀ ਤੇ ਸੱਚ ਜਾਣਿਆ ਜੇ ਉਹ ਅਸਥਾਨ ਦਾ ਨਾਮ ਪਤਾ ਕੀ ਅੱਜ? ਉਸ ਅਸਥਾਨ ਦਾ ਨਾਮ ਹੈ ਹਾਂਡੀ ਸਾਹਿਬ। ਬੜਾ ਸੋਹਣਾ ਗੁਰਦੁਆਰਾ। ਅੱਜ ਉੱਥੇ ਇਹ ਅੱਜ ਤੇ ਪਟਨੇ ਸ਼ਹਿਰ ਦੇ ਵਿੱਚ ਹੀ ਆ ਗਿਆ। ਉਦੋਂ ਦੂਰ ਪੈਂਦਾ ਸੀ, ਭਾਵ ਵੱਖਰਾ ਸੀ, ਹੁਣ ਉੱਥੇ ਮਿਲ ਗਿਆ। ਉਸ ਤੋਂ ਬਾਅਦ ਮਹਾਰਾਜ ਜੀ ਚੱਲੇ ਨੇ, ਚਲਦੇ ਚਲਦੇ ਆਨੰਦਪੁਰ ਸਾਹਿਬ ਆਏ। ਹੁਣ ਵੇਖੋ, ਮੈਂ ਗੁਰੂ ਦੀ ਸੇਵਾ ਦੇ ਪ੍ਰਮਾਣ ਕੋਈ ਸਾਂਝੇ ਕੀਤੇ ਨੇ। ਗੁਰੂ ਦੀ ਸੇਵਾ ਵਿੱਚੋਂ ਕੀ ਮਿਲਦਾ? ਆਨੰਦਪੁਰ ਸਾਹਿਬ ਦੀ ਘਟਨਾ ਦਾ ਬਸ ਜ਼ਿਕਰ ਕਰ ਲਈ। ਜਿਸ ਵੇਲੇ ਮਹਾਰਾਜ ਆਪਣੇ ਸਿੱਖਾਂ ਨੂੰ ਨਾਲ ਲੈ ਕੇ ਅੱਜ ਸਤਲੁਜ ਦਰਿਆ ਦੇ ਘਾਟ ਤੇ ਗਏ ਨੇ। ਕਿਉਂ ਗਏ ਨੇ ਜੀ? ਉੱਥੇ ਵੀ ਇੱਕ ਸਿੱਖ ਭਾਵਨਾ ਵਾਲਾ ਯਾਦ ਕਰਦਾ ਤੇ ਉਹ ਵੀ ਇਹ ਹੱਥ ਜੋੜ ਕੇ ਬੇਨਤੀ ਕਰਦਾ ਸੀ, ਦਾਤਿਆ ਮੈਂ ਅਮੀਰ ਨਹੀਂ, ਮੇਰੇ ਕੋਲ ਕੁਝ ਨਹੀਂ, ਮੈਂ ਤੇ ਇੱਕ ਬੇੜੀ ਚਲਾ ਕੇ ਸਵਾਰੀਆਂ ਨੂੰ ਦਰਿਆ ਪਾਰ ਕਰਦਾ, ਜਿਹੜੇ 4 ਟਕੇ ਮਿਲਦੇ ਨੇ ਉਹਨਾਂ ਦੇ ਨਾਲ ਗੁਜ਼ਾਰਾ ਕਰਦਾ ਕਿ ਕਿਤੇ ਮੈਨੂੰ ਵੀ ਤੁਹਾਡੇ ਦਰਸ਼ਨ ਹੋਣਗੇ, ਕਿਤੇ ਮੈਨੂੰ ਵੀ ਤੁਹਾਡੀ ਸੇਵਾ ਦਾ ਸਮਾਂ ਮਿਲੇਗਾ। ਅੱਜ ਅੰਤਰਜਾਮੀ ਸਤਿਗੁਰੂ ਗਰੀਬ ਨਵਾਜ਼, ਜਿਹੜੇ ਆਪ ਗਰੀਬਾਂ ਨੂੰ ਨਵਾਜਣ ਵਾਸਤੇ ਉਹਨਾਂ ਦੇ ਘਰਾਂ ਵਿੱਚ ਪਹੁੰਚ ਜਾਂਦੇ ਨੇ,
ਸਤਿਗੁਰੂ ਆਪਣੇ ਸਿੱਖਾਂ ਨੂੰ ਨਾਲ ਲੈ ਕੇ ਨਾ, ਹੁਣ ਕਹੋਗੇ ਵੀ ਅਸੀਂ ਘਟਨਾ ਤੇ ਬੜੀ ਵਾਰੀ ਸੁਣੀ, ਗੁਰਮੁਖੋ ਗੁਰੂ ਦਾ ਇਤਿਹਾਸ ਤੇ ਗੁਰੂ ਦੀ ਬਾਣੀ ਕਦੀ ਪੁਰਾਣੀ ਨਹੀਂ ਜੀ ਹੁੰਦੀ। ਇਹ ਦੁਨੀਆ ਦੇ ਗੀਤ ਨਹੀਂ ਜੀ, ਦੁਨੀਆ ਦੀਆਂ ਕਹਾਣੀਆਂ ਨਹੀਂ। ਜਦੋਂ ਵੀ ਅਸੀਂ ਗੁਰਬਾਣੀ ਸੁਣਦੇ ਹਾਂ, ਜਦੋਂ ਵੀ ਗੁਰੂ ਇਤਿਹਾਸ ਸੁਣਦੇ ਹਾਂ, ਸਾਨੂੰ ਇੱਕ ਵੱਖਰਾ ਆਨੰਦ ਤੇ ਅੰਦਰੋਂ ਹੁਲਾਰਾ ਮਿਲਦਾ। ਪਤਾ ਨਹੀਂ ਕਿਹੜੇ ਵੇਲੇ ਗੁਰੂ ਦੇ ਬੋਲ, ਗੁਰੂ ਦਾ ਇਤਿਹਾਸ, ਗੁਰੂ ਦੀ ਬਾਣੀ ਨੇ ਸਾਡੇ ਮਨ ਤੇ ਅਸਰ ਕਰਨਾ, ਸਾਡੀ ਜ਼ਿੰਦਗੀ ਬਦਲ ਕੇ ਰੱਖ ਦੇਣ। ਇਹ ਨਹੀਂ ਕਹਿਣਾ ਵੀ ਅਸੀਂ ਅੱਗੇ ਵੀ ਸੁਣੇ, ਹਰ ਰੋਜ਼ ਗੁਰੂ ਦਾ ਇਤਿਹਾਸ ਸੁਣੇ, ਹਰ ਰੋਜ਼ ਗੁਰੂ ਦੀ ਬਾਣੀ ਸੁਣਨੀ। ਪਤਾ ਨਹੀਂ ਕਿਹੜਾ ਸਮਾਂ ਆਉਣਾ। ਮਸਕੀਨ ਸਾਹਿਬ ਕਹਿਣ ਲੱਗੇ ਪਤਾ ਨਹੀਂ ਕਿਹੜਾ ਪਲ ਆ ਜਾਣਾ, ਗੁਰੂ ਦੇ ਬੋਲ ਨੇ ਤੇਰੇ ਅੰਦਰ ਹਿਰਦੇ ਵਿੱਚ ਘਰ ਕਰ ਜਾਣਾ, ਤੇਰੇ ਸਾਰੇ ਧੋਤੇ ਧੋਣੇ ਤੋਂ ਜੋ ਜਾਣੇ, ਬਖਸ਼ਿਸ਼ਾਂ ਹੋ ਜਾਣੀਆਂ, ਰਹਿਮਤਾਂ ਵਾਪਰ ਜਾਣੀਆਂ। ਅੱਜ ਮਹਾਰਾਜ ਜੀ ਸਿੱਖਾਂ ਨੂੰ ਨਾਲ ਲੈ ਕੇ ਇਸ ਗਰੀਬ ਨੂੰ ਨਵਾਜਣ ਵਾਸਤੇ ਸਤਲੁਜ ਦੇ ਘਾਟ ਤੇ ਗਏ ਨੇ। ਸਾਰੀਆਂ ਵੱਡੀਆਂ ਵੱਡੀਆਂ ਸ਼ਿੰਗਾਰੀਆਂ ਬੇੜੀਆਂ ਨੂੰ ਛੱਡ ਕੇ ਮਹਾਰਾਜ ਇੱਕ ਗਰੀਬ ਸੱਜਣ ਬੈਠਾ ਹੈ, ਜਿਹੜਾ ਮੁਸਲਮਾਨ ਵੀਰ ਸੀ। ਇਹਦਾ ਨਾਮ ਸੀ ਸੈਦਾ ਮਲਾਹ, ਮਲਾਹ ਦਾ ਕੰਮ ਕਰਦਾ। ਇਹਦੀ ਬੇੜੀ ਤੇ ਜਾ ਕੇ ਮਹਾਰਾਜ ਜੀ ਕੋਲ ਰੁਕੇ, ਕਹਿਣ ਲੱਗੇ ਸਜਣਾ ਦਰਿਆ ਪਾਰ ਕਰਾਏਗਾ। ਇਹਨੇ ਵੇਖਿਆ ਵੀ ਦੀਨ ਦੁਨੀਆ ਦਾ ਮਾਲਕ ਹੈ, ਹੱਥ ਜੋੜ ਕੇ ਖਲੋ ਗਿਆ, ਮੱਥਾ ਟੇਕਿਆ। ਮਹਾਰਾਜ ਸ਼ੁਕਰ ਹੈ, ਲੰਬੇਰਾ ਸਮਾਂ ਹੋ ਗਿਆ ਸੀ ਤੁਹਾਡੀ ਉਡੀਕ ਕਰਦਿਆਂ ਨੂੰ, ਅੱਜ ਮੇਰੇ ਭਾਗ ਜਾਗੇ, ਦੀਨ ਦੁਨੀਆ ਦਾ ਮਾਲਕ ਅੱਜ ਮੇਰੇ ਕੋਲ ਆਇਆ। ਆਪਣੀ ਬੇੜੀ ਵਿੱਚ ਸਤਿਗੁਰਾਂ ਨੂੰ ਸਵਾਰ ਕੀਤਾ, ਸਿੱਖਾਂ ਨੂੰ ਸਵਾਰ ਕੀਤਾ, ਤੁਰ ਪਿਆ ਬੇੜੀ ਨੂੰ ਲੈ ਕੇ ਦਰਿਆ ਦੇ ਵਿੱਚ। ਮਹਾਰਾਜ ਜੀ ਦੇ ਦਰਸ਼ਨ ਕਰੀ ਜਾਂਦਾ, ਨਾਲੇ ਬੇੜੀ ਨੂੰ ਅੱਗੇ ਤੁਰੀ ਜਾਂਦਾ, ਕਦੀ ਸੱਜੇ ਲੈ ਜਾਂਦਾ, ਕਦੀ ਖੱਬੇ, ਕਦੀ ਸੱਜੇ, ਕਦੀ ਖੱਬੇ। ਮਹਾਰਾਜ ਕਹਿਣ ਲੱਗੇ ਉਹ ਭਲਿਆ ਬੇੜੀ ਨੂੰ ਕਿਨਾਰੇ ਹੀ ਲਾਏਗਾ ਕਿ ਇੱਥੇ ਘੁਮਾਈ ਜਾਏ? ਕਹਿਣ ਲੱਗਾ ਮਹਾਰਾਜ ਜੇ ਕਿਨਾਰੇ ਲਾ ਦਿੱਤਾ, ਹਲੇ ਤੇ ਰੱਜ ਕੇ ਦਰਸ਼ਨ ਵੀ ਨਹੀਂ ਕੀਤੇ, ਤੁਹਾਡੀ ਸੇਵਾ ਵੀ ਨਹੀਂ ਕੀਤੀ, ਬੇੜੀ ਕਿਨਾਰੇ ਲਾ ਦਿਆਂਗਾ, ਤੁਸੀਂ ਉਤਰ ਕੇ ਚਲੇ ਜਾਣਾ ਹੈ। ਅੱਜ ਮੈਂ ਚਾਹੁੰਦਾ ਹੈ ਉਹ ਸੈਦਿਆ, ਅੱਜ ਗੁਰੂ ਤੇਰੀ ਬੇੜੀ ਵਿੱਚ ਸਵਾਰ ਹੋਏ ਨੇ, ਉਹ ਰੱਜ ਕੇ ਦਰਸ਼ਨ ਕਰ ਲਾ, ਰੱਜ ਕੇ ਸੇਵਾ ਕਰ ਲਾ, ਪਰਤ ਕੇ ਪਤਾ ਨਹੀਂ ਦੁਬਾਰਾ ਸਮਾਂ ਮਿਲਣਾ ਹੈ ਕਿਸੇ ਨੇ। ਜਦੋਂ ਇਹਨੇ ਬਚਨ ਕਹਿਣਾ ਐਸੇ ਪ੍ਰੇਮ ਵਿੱਚ ਭਿੱਜ ਕੇ ਮਹਾਰਾਜ ਪ੍ਰਸੰਨ ਹੋਏ, ਬੈਠੇ ਰਹੇ ਆਰਾਮ ਨਾਲ ਬੇੜੀ ਵਿੱਚ। ਹੌਲੀ ਹੌਲੀ ਗੁਰਮਖੋ ਇਹਨੇ ਬੇੜੀ ਨੂੰ ਕਿਨਾਰੇ ਲਾਇਆ। ਜਿਸ ਵੇਲੇ ਸਤਿਗੁਰੂ ਉਤਰੇ, ਸਤਿਗੁਰਾਂ ਨੇ ਖੀਸੇ ਵਿੱਚ ਹੱਥ ਮਾਰਿਆ, ਕੁਝ ਮਹਾਰਾਜ ਜੀ ਨੇ ਧਨ ਦੌਲਤ ਕੱਢੀ ਤੇ ਕਹਿਣ ਲੱਗੇ ਲੈ ਸਜਣਾ ਤੇਰਾ ਭਾੜਾ। ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਕਦੀ ਇੱਕ ਮਲਾਹ ਦੂਸਰੇ ਮਲਾਹ ਕੋਲੋਂ ਭਾੜਾ ਨਹੀਂ ਲੈਂਦਾ। ਮਹਾਰਾਜ ਜੀ ਕਹਿਣ ਲੱਗੇ ਕੀ ਕਹਿਣਾ ਪਿਆ? ਕਹਿਣ ਲੱਗੇ ਮਹਾਰਾਜ ਮੈਂ ਵੀ ਮਲਾਹ ਤੇ ਤੁਸੀਂ ਵੀ ਮਲਾਹ। ਸਿੱਖ ਥੋੜੇ ਜਿਹੇ ਗੁੱਸੇ ਵਿੱਚ ਆਏ, ਕਹਿਣ ਲੱਗੇ ਉਹ ਮੂਰਖਾ ਤੈਨੂੰ ਪਤਾ ਨਹੀਂ, ਤੂੰ ਤੇ ਮਲਾਹ ਤੈਨੂੰ ਸਾਰੇ ਜਾਣਦੇ ਨੇ, ਪਰ ਜਿਹਨੂੰ ਤੂੰ ਮਲਾਹ ਕਹਿਣਾ ਪਿਆ ਇਹ ਮਲਾਹ ਨਹੀਂ, ਤੇ ਦੀਨ ਦੁਨੀਆ ਦਾ ਬਾਦਸ਼ਾਹ। ਸਿੱਖ ਥੋੜੇ ਜਿਹੇ ਗੁੱਸੇ ਵਿੱਚ ਆਏ, ਮਹਾਰਾਜ ਜੀ ਨੇ ਇਸ਼ਾਰਾ ਕਰਕੇ ਰੋਕ ਦਿੱਤਾ। ਕਹਿਣ ਲੱਗੇ ਕੋਈ ਗੱਲ ਨਹੀਂ ਕਹਿ ਲੈਣ ਦਿਓ। ਮਹਾਰਾਜ ਕਹਿਣ ਲੱਗੇ ਉਹ ਕੀ ਕਹਿਣਾ ਹੈ? ਕਹਿਣ ਲੱਗਾ ਮਹਾਰਾਜ ਮੈਂ ਵੀ ਮਲਾਹ ਤੁਸੀਂ ਵੀ ਮਲਾਹ, ਤੇ ਸਾਡਾ ਅਸੂਲ ਹੈ ਕੋਈ ਦੂਸਰਾ ਮਲਾਹ ਸਾਡੀ ਬੇੜੀ ਵਿੱਚ ਸਵਾਰ ਹੋਵੇ, ਸਵਾਰੀਆਂ ਕੋਲੋਂ ਭਾੜਾ ਲੈਂਦੇ, ਮਲਾਹ ਕੋਲੋਂ ਅਸੀਂ ਭਾੜਾ ਨਹੀਂ ਲੈਂਦੇ। ਮਹਾਰਾਜ ਕਹਿਣ ਲੱਗੇ ਫਿਰ ਕੀ ਚਾਹੀਦਾ? ਕਹਿਣ ਲੱਗੇ ਅੱਜ ਤੁਸੀਂ ਮੇਰੇ ਘਾਟ ਤੇ ਆਏ, ਮੈਂ ਤੁਹਾਨੂੰ ਇੱਕ ਘਾਟ ਤੋਂ ਦੂਸਰੇ ਕਿਨਾਰੇ ਲਾ ਦਿੱਤਾ ਦਾਤਿਆ, ਜਦੋਂ ਮੈਂ ਤੁਹਾਡੇ ਘਾਟ ਤੇ ਆਵਾਂਗਾ ਮੇਰੇ ਕੋਲ ਵੀ ਭਾੜਾ ਨਾ ਮੰਗਿਆ ਜੇ, ਮੈਨੂੰ ਵੀ ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਤੇ ਲਾ ਦਿਓ। ਮੇਰੇ ਸਤਿਗੁਰੂ ਪ੍ਰਸੰਨ ਹੋਏ, ਕਹਿਣ ਲੱਗੇ ਸਿੱਖਾ ਫਿਰ ਇੱਕ ਕੰਮ ਕਰ। ਪੁੱਛਿਆ ਕਿਹੜਾ? ਕਹਿਣ ਲੱਗੇ ਸਾਨੂੰ ਕੱਲੇ ਨੂੰ ਤੂੰ ਪਾਰ ਨਹੀਂ ਕੀਤਾ, ਸਾਡੇ ਨਾਲ ਸਿੱਖ ਵੀ ਨੇ। ਗਿਣ ਜਰਾ ਕਿੰਨੇ ਕੁ ਸਿੱਖ ਨੇ ਜਿਨ੍ਹਾਂ ਨੂੰ ਸਤਲੁਜ ਦਰਿਆ ਪਾਰ ਕਰਵਾਏ। ਉਸ ਵੇਲੇ ਗਿਣਨ ਲੱਗਾ, ਗਿਣਤੀ ਕਰਦਿਆਂ ਕਰਦਿਆਂ ਇੱਥੇ ਪਹੁੰਚਿਆ 17 18 19 20 21। ਕਹਿਣ ਲੱਗਾ ਮਹਾਰਾਜ 21 ਸਿੱਖ ਨੇ। ਤੇ ਸਤਿਗੁਰਾਂ ਨੇ ਮੋਢੇ ਤੇ ਹੱਥ ਰੱਖਿਆ, ਕਹਿਣ ਲੱਗੇ ਸੈਦਿਆ ਗੁਰੂ ਦੀ ਸੇਵਾ ਕਰਨ ਵਾਲਿਆ, ਕਹਿਣ ਲੱਗੇ ਸਮਾਂ ਆਏਗਾ ਤੂੰ ਕੱਲਾ ਗੁਰੂ ਦੀ ਸੇਵਾ ਨਹੀਂ ਕੀਤੀ, ਅੱਜ ਸਿੱਖਾਂ ਦੀ ਵੀ ਸੇਵਾ ਕੀਤੀ ਆ। ਜਦੋਂ ਤੂੰ ਸਾਡੇ ਘਾਟ ਤੇ ਆਏਗਾ ਤੈਨੂੰ ਕੱਲੇ ਨੂੰ ਨਹੀਂ, ਤੇਰੀਆਂ 21 ਕੁਲਾਂ ਨੂੰ ਅਸੀਂ ਪਾਰ ਲਾ ਦਿਆਂਗੇ। ਇਹ ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਤੁਸੀਂ ਅੱਜ ਗੁਰਪੁਰਬ ਮਨਾ ਰਹੇ ਹੋ, ਜਿਹੜਾ ਗੁਰੂ ਇੱਕ ਥੋੜੀ ਜਿਹੀ ਸੇਵਾ ਤੇ ਪ੍ਰਸੰਨ ਹੋ ਕੇ ਸਾਡੀ 21 ਕੁਲਾਂ ਦਾ ਉਦਾਰ ਕਰਨਾ। ਜਿਹੜੇ ਐਸੇ ਗੁਰੂ ਨੇ ਨਾ ਬਸ ਉਹਦਾ ਪੱਲਾ ਫੜ ਲਈ।
उस गुरु के चरणों में जुड़ जाइए। इसे गुरु ने साडा बेड़ा पार करना, इसे गुरु ने साडे ते बख्शियां करनी। सतगुरु कृपा कर, तुसीं वड्डियां भागां वाले हो, ऐसे गुरु की रज के सेवा करते हो, रज के दर्शन करते हो, रज के गुरु के चरणों नाल जुड़ते हो। इसी तरह जुड़े रहिए ताकि साडा भी संसार में आउणा सफल हो। आप संगतां नूं गुरपुरब दीआं लख लख वधाइयां। सतनाम श्री गुरु वाहेगुरु 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 सतनाम श्री वाहेगुरु सतनाम श्री वाहेगुरु सतनाम श्री वाहेगुरु 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 सतनाम वाहेगुरु सतनाम वाहेगुरु सतनाम वाहेगुरु सतनाम वाहेगुरु 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 वाहेगुरु